ਅੱਜ ਦਾ ਦਿਨ ਅਸੀਂ ਵਰਲਡ ਪਲਾਸਟਿਕ ਸਰਜਰੀ ਡੇ ਸੈਲੀਬ੍ਰੇਟ ਕਰ ਰਹੇ ਹਾਂ ਸਾਰੀ ਦੁਨੀਆ ਵਿੱਚ। ਅੱਜ ਦਾ ਪਰਪਸ ਤੁਹਾਨੂੰ ਬੁਲਾਉਣ ਦਾ ਇਹ ਹੈ ਕਿ ਅਸੀਂ ਕੁਝ ਚੀਜ਼ਾਂ ਐਮਫਸਾਈਜ਼ ਕਰਨਾ ਚਾਹੁੰਦੇ ਹਾਂ। ਸਾਡੇ ਹਸਪੀਟਲ ਵਿੱਚ ਮਤਲਬ 21 ਹਸਪਤਾਲ 21 ਸਾਲਾਂ ਤੋਂ ਚੱਲ ਰਿਹਾ ਹੈ ਐਂਡ ਪਲਾਸਟਿਕ ਸਰਜਰੀ ਡਿਪਾਰਟਮੈਂਟ ਫੰਕਸ਼ਨਲ ਹੈ, ਬਟ ਇਸ ਵਾਰੀ ਅਸੀਂ ਕੁਝ ਸਪੈਸ਼ਲੀ ਕੁਝ ਚੀਜ਼ਾਂ ਐਮਫਸਾਈਜ਼ ਕਰਨਾ ਚਾਹੁੰਦੇ ਹਾਂ। ਪਲਾਸਟਿਕ ਸਰਜਰੀ ਨਾ ਇੱਕ ਸਿਰਫ ਲੋਕਲ ਲੋਕਾਂ ਵਾਸਤੇ ਮੈਂ ਹੁੰਦਾ ਹੈ ਕਿ ਇਹ ਸ਼ਾਇਦ ਇਨਸਾਨ ਨੂੰ ਸੁੰਦਰ ਬਣਾਉਣ ਵਾਸਤੇ ਹੁੰਦਾ ਹੈ, ਪਰ ਪਲਾਸਟਿਕ ਸਰਜਰੀ ਸਿਰਫ ਸੁੰਦਰਤਾ ਵਾਸਤੇ ਨਹੀਂ ਹੈ। ਕਿਸੇ ਸਰੀਰ ਕੱਟ ਗਿਆ ਹੈ, जल गया है, या इवन हाथ कट गया है, ठीक है, उन सब चीज़ों मतलब बेसिकली प्लास्टिक सर्जरी है कि एक नॉर्मल शेप दी जा सकती है एंड प्लस किसी किसी इंसान दी अगर लगता है कि वो शेप नाल सैटिस्फाइड नहीं है उन्होंने मॉडिफाई करके और इंप्रूव किया जा सकता है ताकि इंसान दी सैटिस्फैक्शन एंड लाइफ दी वैल बीइंग अच्छी होए। सो ਪਲਾਸਟਿਕ ਸਰਜਰੀ ਡਿਪਾਰਟਮੈਂਟ ਹੁਣ ਅਸੀਂ ਸਪੈਸ਼ਲ ਕਲੀਨਿਕਸ ਚਲਾ ਰਹੇ ਹਾਂ ਜਿਹਦੇ ਵਿੱਚ ਅਸੀਂ ਐਮਫਸਾਈਜ਼ ਕਰਾਂਗੇ, ਜਿਸ ਤਰ੍ਹਾਂ ਕਿ हैंड एंड माइक्रो सर्जरी है कि मतलब अगर हथ कटे दा है या हथ की कुछ प्रॉब्लम्स ने उन्होंने डील करने वास्ते पूरा स्पैशलाइज असी वो कर रहे हैं एंड वो वास्ते सारे सपोर्ट सर्विसेज जो बाकी डिपार्टमेंट के हैं वो भी अवेलेबल है। सिमिलरली बर्नस दे विच है एंड वी आर मेकिंग अ बर्न यूनिट सून, सो ਉਹਦੇ ਨਾਲ we can provide more specialized treatment and more focused treatment burns ਵਾਸਤੇ। ਉਹਦੇ ਸਿਵਾਏ ਹੁਣ ਸਪੈਸ਼ਲ ਡੈਡੀਕੇਟਿਡ ਹੁਣ ਅਸੀਂ ਕੈਂਸਰ ਦੀ ਜਿਸ ਤਰ੍ਹਾਂ ਦੀ ਕਾਮਨ ਹੋ ਰਿਹਾ ਹੈ, ਬ੍ਰੈਸਟ ਕੈਂਸਰ ਬੜਾ ਕਾਮਨ ਹੈ, ਸੋ ਵੀ ਆਰ ਟਰਾਈਂਗ ਟੂ ਡੈਡੀਕੇਟ ਅ ਬ੍ਰੈਸਟ ਕਲੀਨਿਕ ਜਿਹਦੇ ਵਿੱਚ ਕਿ ਸਪੈਸ਼ਲਾਈਜ਼ ਕਿ ਮਤਲਬ ਬ੍ਰੈਸਟ ਕੈਂਸਰ ਦੀ ਸਰਜਰੀ ਵੀ ਹੋਏਗੀ ਐਂਡ ਐਟ ਦ ਸੇਮ ਟਾਈਮ ਉਸ ਨੂੰ ਬ੍ਰੈਸਟ ਨੂੰ ਰੀਕਨਸਟਰਕਸ਼ਨ ਕਰਕੇ ਉਹ ਐਮਫਸਾਈਜ਼ ਕੀਤਾ ਹੈ। ਠੀਕ ਹੈ, ਇਹਦੇ ਸਿਵਾਏ ਬੱਚਿਆਂ ਦੇ ਜਿਹੜੇ ਪੈਦਾਇਸ਼ੀ ਜਿਹੜੀ ਹੁੰਦੇ ਜਿਸ ਤਰ੍ਹਾਂ ਹੋਠ ਕਟੇ ਦਾ ਹੈ ਜਾਂ ਤਾਲੂ ਕਟੇ ਦਾ ਹੈ ਉਸ ਨੂੰ ਵੀ ਨਾਰਮਲ ਰੀਸਟੋਰ ਕਰਨ ਵਾਸਤੇ ਉਹ ਕਰਦੇ हैं। ਇਹਦੇ ਸਿਵਾਏ ਹੋਰ ਵੀ ਬੱਚਿਆਂ ਦੇ ਵਿੱਚ ਬੜੀ ਸਾਰੀ ਕੰਜੈਨਿਟਲ ਐਬਨੋਰਮੈਲਿਟੀਜ਼ ਹੁੰਦੀਆਂ ਨੇ, ਜਿਸ ਤਰ੍ਹਾਂ ਹੱਥਾਂ ਦੇ ਫਿੰਗਰ ਜ਼ਿਆਦਾ ਨੇ ਜਾਂ ਕੰਨ ਨਹੀਂ ਬਣਿਆ ਹੈ, ਉਹ ਸਭ ਕੁਝ ਰੀਕਨਸਟਰਕਸ਼ਨ ਕਰਕੇ ਪਲਾਸਟਿਕ ਸਰਜਰੀ ਬਣਾਇਆ ਜਾ ਸਕਦਾ ਹੈ। ਇਹਦੇ ਸਿਵਾਏ ਕਾਸਮੈਟਿਕ ਸਰਜਰੀ ਜਿਹੜਾ ਹੈ ਉਹਦੇ ਵਿੱਚ ਵੀ ਮਤਲਬ ਕਾਸਮੈਟਿਕ ਸਰਜਰੀ ਬੇਸਿਕਲੀ ਇੱਕ ਇਨਸਾਨ ਨੂੰ ਲੱਗਦਾ ਹੈ ਕਿ ਮੇਰੇ ਇਹ ਸਰੀਰ ਦਾ ਹਿੱਸਾ ਘੱਟ ਡਿਵੈਲਪ ਹੈ ਜਾਂ ਮਤਲਬ ਉਸ ਨੂੰ ਬੇਸਿਕਲੀ ਉਹਦੇ ਨਾਲ ਸੈਟਿਸਫਾਈਡ ਨਹੀਂ ਹੁੰਦਾ, ਸੋ ਉਸ ਨੂੰ ਲੱਗਦਾ ਹੈ ਕਿ ਇਹਦੇ 'ਚ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ ਜਾਂ ਚੇਂਜ ਕੀਤੀ ਜਾ ਸਕਦੀ ਹੈ। ਸੋ ਇਨ ਕਾਸਮੈਟਿਕ ਸਰਜਰੀ ਅਸੀਂ ਉਹ ਪ੍ਰੋਵਾਈਡ ਕਰਦੇ ਹਾਂ ਐਂਡ ਕਾਸਮੈਟਿਕ ਸਰਜਰੀ ਦਾ ਇੱਕ ਪਾਰਟ ਹੈ ਜਿਹਦੇ ਵਿੱਚ ਕਿ ਹਰ ਇੱਕ ਵਿੱਚ ਆਪਰੇਸ਼ਨ ਦੀ ਲੋੜ ਨਹੀਂ ਹੁੰਦੀ, ਬਿਨਾਂ ਆਪਰੇਸ਼ਨ ਕੀਤੇ ਵੀ ਕਾਸਮੈਟਿਕ ਸਰਜਰੀ ਪ੍ਰੋਵਾਈਡ ਕੀਤੀ ਜਾ ਸਕਦੀ ਹੈ, ਮਤਲਬ ਚੇਂਜ ਕੀਤੀ ਜਾ ਸਕਦੀ ਬਿਨਾਂ ਆਪਰੇਸ਼ਨ ਕੀਤੇ। ਸੋ ਉਹ ਸਾਰੇ ਸਾਡੀ ਅਸੀਂ ਲੋਕ ਟੀਮ ਹੈ ਪੂਰੀ ਪਲਾਸਟਿਕ ਸਰਜਰੀ ਡਿਪਾਰਟਮੈਂਟ ਵਿੱਚ, ਅਸੀਂ ਸਭ ਲੋਕ ਮਿਲ ਕੇ ਉਹ ਸਭ ਸਰਵਿਸਿਜ਼ मतलब फोकस तरीके नाल प्रोवाइड करने की कोशिश कर रहे हैं। एंड डॉक्टर संदीप ने मेरे कुलीग ने शी इज़ ऑल्सो अ पार्ट ऑफ इक्वल पार्ट ऑफ द टीम एंड शी इज़ फोकसिंग ऑन सर्टन स्पेशल सर्जरीज लाइक breast clinic and diabetic food। She can just say about it। ਸੋ ਅੱਜ ਵਰਲਡ ਪਲਾਸਟਿਕ ਸਰਜਰੀ ਡੇ ਹੈ। ਸੋ ਸਾਰਿਆਂ ਨੂੰ ਇਹ ਜਾਗਰੂਕਤਾ ਦੇਣ ਦੀ ਗੱਲ ਹੈ, ਅਵੇਅਰਨੈਸ ਦੇਣ ਦੀ ਗੱਲ ਹੈ ਕਿ ਯੂਜਲੀ ਪਲਾਸਟਿਕ ਸਰਜਰੀ ਨਾਮ ਤੋਂ ਹਰ ਇੱਕ ਨੂੰ ਲੱਗਦਾ ਹੈ ਕਿ ਇੱਕ ਸੁੰਦਰਤਾ ਦੇ ਵਾਸਤੇ ਹੈ, ਬਟ ਇਸ ਤੋਂ ਇਲਾਵਾ ਇਟ ਇਜ਼ ਅ ਵੈਰੀ ਵਾਸਟ ਬ੍ਰਾਂਚ। ਸਿਰ ਤੋਂ ਲੈ ਕੇ ਪੈਰ ਤੱਕ ਪਲਾਸਟਿਕ ਸਰਜਰੀ ਇਨਕਲੂਡ ਹੁੰਦੀ ਹੈ, ਚਾਹੇ ਉਹ ਫੇਸ਼ੀਅਲ ਇੰਜਰੀ ਹੋ, ਫੇਸ਼ੀਅਲ ਟਰਾਮਾ ਹੋ, ਰੀਕਨਸਟਰਕਸ਼ਨ ਹੋ, ਚਾਹੇ ਉਹ ਹੈਂਡ ਇੰਜਰੀ ਹੈ, ਜਿਵੇਂ ਸਰ ਨੇ ਦੱਸਿਆ ਕਿ ਮਲਟੀਪਲ ਏਰੀਆਜ਼ ਇਨਵੋਲਵ ਹੁੰਦੇ ਹੈ, ਹੈਂਡ ਇੰਜਰੀ, ਫੁੱਟ ਇੰਜਰੀ, ਡਾਇਬਟਿਕ ਫੁੱਟ ਨਾ। ਸੋ ਉਸ ਤੋਂ ਇਲਾਵਾ ਅੱਜ ਕੱਲ੍ਹ ਜਿਹੜੀ ਫੀਮੇਲਸ ਹੈ ਪ੍ਰੈਗਨੈਂਸੀ ਤੋਂ ਬਾਅਦ ਕਈ ਵਾਰ ਆਪਣਾ ਕੌਨਫੀਡੈਂਸ ਬਿਲਡਅਪ ਨਹੀਂ ਕਰ ਪਾਉਂਦੀਆਂ ਬਿਕੋਜ਼ ਬਹੁਤ ਜ਼ਿਆਦਾ ਫੈਟ ਡੈਪੋਜੀਸ਼ਨ, ਚਰਬੀ ਡੈਪੋਜੀਸ਼ਨ ਹੋ ਜਾਂਦੀ ਹੈ। ਸੋ ਪੇਟ ਬਹੁਤ ਢਿਲਕ ਜਾਂਦਾ ਹੈ ਜਾਂ ਜਿਹੜੀਆਂ ਉਹਨਾਂ ਦੀ ਜਿਹੜੀ ਫਾਰਮ ਹੈ ਉਹਨਾਂ ਦੀ ਉਹ ਉਸ ਸ਼ੇਪ 'ਚ ਨਹੀਂ ਰਹਿੰਦੇ। ਸੋ ਐਸਥੈਟਿਕ ਸਰਜਰੀ ਵੀ ਇਹਦਾ ਪਾਰਟ ਹੈ ਜਿਹਦੇ ਵਿੱਚ ਫੀਮੇਲ ਦੀ ਦੁਬਾਰਾ ਤੋਂ ਉਹ ਸ਼ੇਪ ਜਿਹੜੀ ਹੈ ਆਪਾਂ ਰੀਸਟੋਰ ਕਰ ਸਕਦੇ ਹਾਂ ਔਰ ਉਹਨਾਂ ਦਾ ਕੌਨਫੀਡੈਂਸ ਬਿਲਡਅਪ ਕਰ ਸਕਦੇ ਹਾਂ। ਸੋ ਉਹਦੇ ਵਿੱਚ ਵੀ ਡਿਫਰੈਂਟ ਸਰਜਰੀਜ਼ ਹੈ। ਸੋ ਉਹਦੇ ਲਈ ਸਾਡਾ ਇੱਕ ਡੈਡੀਕੇਟਿਡ ਟੀਮ ਕੰਮ ਕਰ ਰਹੀ ਹੈ ਇਹਦੇ ਉੱਪਰ। ਸੋ ਇਹ ਤੋਂ ਇਲਾਵਾ ਜਿਹੜੀ ਬ੍ਰੈਸਟ ਰੀਕਨਸਟਰਕਸ਼ਨ ਹੈ ਕੈਂਸਰ ਤੋਂ ਬਾਅਦ ਜਿਹਦੇ ਵਿੱਚ ਇੱਕ ਰੀਕਨਸਟਰਕਸ਼ਨ ਦੀ ਲੋੜ ਪੈਂਦੀ ਹੈ,
ਸੋ ਉਹਦੇ ਵਿੱਚ ਵੀ ਪਲਾਸਟਿਕ ਸਰਜਰੀ ਦਾ ਬਹੁਤ ਜ਼ਿਆਦਾ ਰੋਲ ਹੈਗਾ। ਸੋ ਇਹ ਸਾਰੇ ਡੈਡੀਕੇਟਿਡ ਕਲੀਨਿਕਸ ਜਿਹੜੇ ਆ ਆਪਾਂ ਸ਼ੁਰੂ ਕੀਤੇ ਆ ਸੋ ਦੈਟ ਪੇਸ਼ੈਂਟ ਨੂੰ ਅਸੀਂ ਵੱਧ ਤੋਂ ਵੱਧ ਬੈਸਟ ਆਫ ਦ ਫੈਸਿਲਿਟੀਜ਼ ਔਰ ਬੈਸਟ ਮੈਨੇਜਮੈਂਟ ਪ੍ਰੋਵਾਈਡ ਕਰ ਸਕੀਏ। ਸੋ ਸਾਡੇ ਹਸਪੀਟਲ ਦੇ ਵਿੱਚ ਬੈਸਟ ਆਫ ਦ ਪਲਾਸਟਿਕ ਸਰਜਨਸ ਸੀਨੀਅਰ ਪਲਾਸਟਿਕ ਸਰਜਨਸ ਦੀ ਟੀਮ ਹੈ ਔਰ ਸਾਡਾ ਜਿਹੜਾ ICU ਹੈ ਇਟ ਇਜ਼ ਵੈਰੀ ਮਚ equipped with the best of the facilities, best staff, best care. So that is why ਇੱਕ ਅਵੇਅਰਨੈਸ ਹੈਗੀ ਹੈ ਕਿ ਅਵੇਅਰ ਕੀਤਾ ਜਾਏ ਕਿ ਇਹ ਸਾਰਾ ਕੁਝ ਆਪਣੇ ਹਸਪੀਟਲ ਅਵੇਲੇਬਲ ਹੈ SPS ਹਸਪੀਟਲ ਵਿੱਚ। ਥੈਂਕ ਯੂ। ਪਲਾਸਟਿਕ ਸਰਜਰੀ ਤੁਸੀਂ ਗੱਲ ਕੀਤੀ ਹੈ, ਪਲਾਸਟਿਕ ਸਰਜਰੀ ਦੇ ਨਾਲ ਕਾਸਮੈਟਿਕ ਸਰਜਰੀ ਦੋਨੇ ਇੱਕ ਹੀ ਨੇ ਕਿ ਜਿਹੜੀ ਕਾਸਮੈਟਿਕ ਸਰਜਰੀ ਉਹ ਪਲਾਸਟਿਕ ਸਰਜਰੀ ਦਾ ਹੀ ਪਾਰਟ? ਪਲਾਸਟਿਕ ਸਰਜਰੀ ਇੱਕ ਬੇਸਿਕ ਹੈ, ਤੁਸੀਂ ਕਹੋ ਕਿ ਪੇਰੈਂਟਸ ਨੇ, ਉਹਦੇ ਬਾਅਦ ਅੱਗੇ ਬੱਚੇ ਨੇ, ਜਿਸ ਤਰ੍ਹਾਂ ਨਾ ਡਿਫਰੈਂਟ ਆर्म्स ਨੇ, है ना। सो हैंड सर्जरी है, कॉस्मेटिक सर्जरी है, फेशियोमैक्सरी है, डायबिटिक फुट मैनेजमेंट है, रिकंस्ट्रक्टिव सर्जरी। रिकंस्ट्रक्टिव मीनस कुछ भी कटे दा वापस शेप रीस्टोर करना, वो डिफरेंट तरीके नाल कीता जा सकदा। सो ये सारियां प्लास्टिक सर्जरी दी डिफरेंट स्पैशल, पहले प्लास्टिक सर्जरी एक ब्रांच होंदी सी, हुण प्लास्टिक सर्जरी भी फर्दर सुपर स्पैशलाइजेशन हो गई दी है। the cosmetic surgery is one of the branch। ਸੋ ਅੱਜ ਕੱਲ੍ਹ ਫੀਮੇਲਸ ਵਿੱਚ ਜਿਵੇਂ ਮੋਮੀ ਮੇਕਓਵਰ ਬਹੁਤ ਜ਼ਿਆਦਾ ਚੱਲ ਰਿਹਾ, ਜਿਹਦੇ ਵਿੱਚ ਫੀਮੇਲਸ ਦੇ ਵਿੱਚ ਅਸੀਂ ਪ੍ਰੈਗਨੈਂਸੀ ਤੋਂ ਬਾਅਦ ਦੁਬਾਰਾ ਸ਼ੇਪ ਰੀਸਟੋਰ ਕਰਨ 'ਚ ਹੈਲਪ ਕਰਦੇ ਹਾਂ, ਜਿਵੇਂ ਟਮੀ ਟਕ ਹੋ ਗਿਆ, ਬ੍ਰੈਸਟ ਰਿਡਕਸ਼ਨ ਜਾਂ ਔਗਮੈਂਟੇਸ਼ਨ ਹੋ ਗਿਆ, ਉਹਦੇ ਨਾਲ ਕਾਸਮੈਟਿਕ ਗਾਇਨੋਕੋਲੋਜੀਕਲ ਪ੍ਰੋਸੀਜਰਸ ਵੀ ਹੈ। ਸੋ ਵੇਰੀਅਸ ਪ੍ਰੋਸੀਜਰਸ ਜਿਹੜੇ ਆ ਉਹ ਕੀਤੇ ਜਾਂਦੇ ਆ ਸੋ ਦੈਟ ਐਜ਼ ਅ ਫੀਮੇਲ ਉਹਨੂੰ ਇੱਕ ਦੁਬਾਰਾ ਤੋਂ ਉਹੀ ਸ਼ੇਪ ਵਿੱਚ ਆਪਾਂ ਲੈ ਕੇ ਆ ਸਕੀਏ। ਸਰ ਪਲਾਸਟਿਕ ਸਰਜਰੀ ਦਾ ਕਲੀਨਿਕ ਤੁਸੀਂ ਅੱਜ ਵਰਡ ਪਲਾਸਟਿਕ ਤੇ ਸ਼ੁਰੂ ਕੀਤਾ ਸਰ? ਨਹੀਂ ਪਲਾਸਟਿਕ ਸਰਜਰੀ ਨਹੀਂ ਪਲਾਸਟਿਕ ਸਰਜਰੀ ਕਲੀਨਿਕ ਚੱਲ ਰਹੇ ਸੀ, ਅਸੀਂ ਉਹਦੇ ਵਿੱਚ ਕੁਝ ਸਪੈਸ਼ਲਾਈਜ਼ਡ ਡੈਡੀਕੇਟਿਡ ਐਡੀਸ਼ਨਲ ਕਲੀਨਿਕ ਕਰ ਰਹੇ ਹਾਂ, ਜਿਸ ਤਰ੍ਹਾਂ ਕਿ ਹੈਂਡ ਸਰਜਰੀ ਕਲੀਨਿਕ ਹੋ ਗਿਆ, ਉਹਦੇ ਡੈਡੀਕੇਟਿਡ ਐਸਾ ਟੀਮ ਹੈ, ਕਿਉਂਕਿ ਉਹਦੇ ਸਾਨੂੰ ਕਦੀ ਕਦੀ ਐਸੋਸੀਏਟਿਡ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੀ, ਬਾਕੀ ਉਹਨਾਂ ਦੀ ਐਸੋਸੀਏਟਿਡ ਦੀ ਜ਼ਰੂਰਤ ਹੁੰਦੀ ਹੈ। ਸੋ ਸਪੈਸ਼ਲਾਈਜ਼ਡ ਕਲੀਨਿਕ ਦਾ ਕਿ ਦੇ ਵਿਲ ਬੀ ਔਨ ਦੋਜ਼ ਡੇਜ਼ ਔਰ ਇਨ ਦੋਜ਼ ਟੀਮਸ देयर विल बी मोर फोकस कि हैंड सर्जरी दे। इसी तरह कॉस्मेटिक क्लिनिक सर्जरी है जिसे कभी कभी सानू को लगता है कि हाँ जी कुछ कॉस्मेटिक नॉन सर्जिकल असी कर सकते हैं या कभी कभी डर्मेटोलॉजिस्ट ਨੂੰ ਇਨਵੋਲਵ ਕਰਨਾ ਪੈਂਦਾ। ਸੋ ਇੱਕ ਸਪੈਸ਼ਲਾਈਜ਼ਡ ਕਲੀਨਿਕ ਦਾ ਇਹ ਐਡਵਾਂਟੇਜ ਹੈ ਕਿ ਅੰਡਰ ਵਨ ਰੂਫ ਯੂ ਵਿਲ ਗੈਟ एवरीथिंग ਵਿਦ ਇਨ दैट। ਸਰ ਕਿੰਨੇ ਕ ਆਪਾਂ ਪੇਸ਼ੈਂਟ ਤੁਹਾਡੇ ਕੋਲ ਆ ਰਹੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਕਿੰਨੇ ਤੁਸੀਂ ਕੰਮ ਕਰਦੇ? क्रिटिकल सी हॉस्पिटल एक बड़ी एडवांटेजेस जगह पे है ऑन द हाईवे। सो वी गेट ऑलमोस्ट एवरी डे 4 to 5 प्लास्टिक सर्जरी रिलेटेड एटलीस्ट प्रॉब्लम्स दे नाल आंदे ने, जो कुछ की है कि छोटी सारी चोट लगी दी है, हाथ कटे दे ने, फेस दी हड्डियां टूटी दियां ने। सो हर रोज ही एवरी इट्स एवॉल्विंग थिंग विच इज़ देयर। ये एमरजेंसी सैटअप च आंदे ने। बाकी ओपीडी ਜਿਹੜੇ ਪੇਸ਼ੈਂਟਸ ਆਉਂਦੇ ਨੇ ਉਹ ਰੈਗੂਲਰਲੀ ਆਉਂਦੇ ਨੇ ਜਿਹਦੇ 'ਚ ਕਿ ਕਾਸਮੈਟਿਕ ਜਾਂ ਕੁਝ ਬਾਹਰ ਜਗ੍ਹਾ ਟ੍ਰੀਟਮੈਂਟ ਹੋਏ ਸੀ, ਦੇ ਵਰ ਨਾਟ ਸੈਟਿਸਫਾਈਡ ਔਰ ਦੇ ਵਾਂਟਡ ਸਮਥਿੰਗ ਅ ਸੈਕੰਡ ਓਪੀਨੀਅਨ, ਸੋ ਦੇ ਯੂਜੂਅਲੀ ਕਮ ਇਨ ਦ ਓਪੀਡੀਜ਼। सी देखिए एसपीएस हॉस्पिटल पिछले 21 साल से टर्शरी का हॉस्पिटल बना हुआ है और टर्शरी की सेवाएं पेशेंट्स को पूरे पंजाब में देता आ रहा है। हम एक पॉलिसी एंड प्रोसेस ड्रिवन ऑर्गेनाइजेशन है जो कि ऑलरेडी एनएबीएच हॉस्पिटल है। एसपीएस हॉस्पिटल का जो लोकेशन है एक हाईवे पे लोकेटेड है। हमारे पास में करीब से 35-40 पेशेंट डेली बेसिस पे याद में आते हैं, एमरजेंसी में आते हैं, जिसमें से 20% मतलब 7 से 10 पेशेंट जो होते हैं जो ट्रॉमा के पेशेंट होते हैं। तो ट्रॉमा के पेशेंट्स में प्लास्टिक सर्जरी का योगदान बहुत ज़्यादा है। जैसे डॉक्टर साहब ने बताया आपको कि जैसे किसी को उसका हैंड कट है या फिर फेशियल इंजरी है तो वहाँ पे कॉस्मेटिक सर्जरी और प्लास्टिक सर्जरी का बहुत काफ़ी रोल है, जिसमें दे डू द लॉट्स ऑफ माइक्रो सर्जरीज। तो बहुत से ट्रॉमा पेशेंट्स को हम प्लास्टिक सर्जरी के एडवांस प्लास्टिक सर्जरी के क्लिनिक के अंडर में हम उनको ट्रीट करते हैं। साथ साथ जैसे कि डॉक्टर साहब ने बताया कि चूँकि इंडस्ट्रियल बेल्ट पूरा यहाँ पे लगा हुआ है हमारे हॉस्पिटल के 5 किलोमीटर रेडियस की बात करें तो पूरा इंडस्ट्रियल बेल्ट है, तो काफ़ी कुछ इंडस्ट्रियल बर्न भी हमारे पास में आता है। तो डॉक्टर अजय, डॉक्टर संदीप एंड डॉक्टर ईश के योगदान में हमने एक बर्न केयर यूनिट भी यहाँ पे हमने स्टार्ट किया हुआ है, उसको हम और एडवांस करने वाले हैं। कभी कभी उसमें काम चल रहा है तो 1 महीने के अंदर विल बी हैविंग वेरी एडवांस्ड बर्न केयर यूनिट विच विल हैव अ ICU बर्न केयर ऑल्सो एंड नॉन ICU बर्न केयर ऑल्सो।
So to cater the all kind of a burn, to cater the all kind of industrial injuries, to cater any kind of trauma, जहाँ पर अधिक अदर स्पेशलिटीज के अलावा प्लास्टिक सर्जरी रिक्वायरमेंट होती है, ऑल इज अवेलेबल एट अंडर वन रूफ। चाहे वो रिकंस्ट्रक्शन सर्जरीज हो, चाहे वो आपका मेडिकल एस्थेटिक्स हो, या बर्न केयर हो, या कॉस्मेटिक सर्जरी है, या हैंड सर्जरी, या माइक्रो सर्जरी है, जो प्लास्टिक सर्जरी के अंडर आता है, वो सब कुछ हमारे पास में अवेलेबल है। इसलिए पेशेंट को अंडर वन रूफ सब कुछ यहाँ पे अवेलेबल मिल रहा है। इसलिए मैं पेशेंट से गुजारिश करूँगा जिसको रिक्वायरमेंट है, प्लीज विजिट टू द एसपीएस हॉस्पिटल। बहुत सारे लोग अभी भी ऐसे हैं जिनको इस चीज़ के बारे में जानकारी नहीं, जो अभी भी ट्रॉमे के साथ जी है, किसी को बर्न मार्क है, किसी को किसी चीज़ के मार्क है, उनको अभी तक ये बात की जानकारी नहीं है कि प्लास्टिक सर्जरी के थ्रू हम वापस अपनी वो शेप पा सकते हैं। एसपीएस हॉस्पिटल की अगर बात करें, आज प्लास्टिक सर्जरी डे, कोई स्पेशल ड्राइव वगैरह कुछ ऐसा चलाएंगे तो उन लोगों तक आपके ये मैसेज पहुंच पाए? इसीलिए हम लोग ने आप लोगों से इंटरेक्ट किया कि हम लोग वो सर्विसेज रन कर रहे हैं, पर लेकिन लोगों की जो धारणा है या मिथ्स हैं कि नहीं नहीं ये ऐसा है, तो उसी को चेंज करने के लिए, उसको मॉडिफाई करने के लिए और उनको समझाने के लिए आप लोगों से इंटरेक्ट कर रहे हैं, क्योंकि आप लोगों के थ्रू ही हम उनको कन्वे कर सकते हैं। हम इंडिविजुअली जाके एक स्मॉल फोकस ग्रुप को कर सकते हैं, पर आपकी सपोर्ट के साथ हम कॉमन मासेस में तक बहुत दूर तक पहुंच सकते हैं। सो दैट्स व्हाई वी अप्रिशिएट योर प्रेजेंस हियर, एंड होपफुली आपकी मदद से हम ये सब कुछ कन्वे कर पाएंगे। Thank you.